ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰੂ ਜੀ ਦੀ ਬਖਸ਼ਿਸ਼ ਮਹਿਰਾਮਤ ਦਾ ਸਦਕਾ ਗੁਰੂ ਦਰ ਤੇ ਜੁੜਨ ਦਾ ਸੁਭਾਗ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਪਿਆਰੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਗੁਰੂ ਕੇ ਪਿਆਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਗੁਰੂ ਦਰ ਤੇ ਜੁੜ ਕੇ ਗੁਰੂ ਦੀ ਬਾਣੀ ਦੁਆਰਾ ਵਾਹਿਗੁਰੂ ਨਾਲ ਜੁੜਨ ਦਾ, ਸਾਂਝ ਪਾਉਣ ਦਾ ਨਿਮਾਣਾ ਜਿਹਾ ਯਤਨ ਉਪਰਾਲਾ ਕਰ ਰਹੇ ਹਾਂ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਕੇ ਅੱਜ ਦੇ ਇਸ ਪਾਵਨ ਬਚਨ ਅੰਦਰ ਸੋਝੀ ਦਿੰਦਿਆਂ ਹੋਇਆਂ ਸਮਝਾਉਂਦੇ ਨੇ। ਸਤਿਗੁਰੂ ਕਹਿੰਦੇ ਮਾਇਆ ਦੇ ਮੋਹ ਦੀ ਨੀਂਦ ਉਹ ਬੜੀ ਪ੍ਰਬਲ ਹੈ। ਸਾਰੀ ਦੁਨੀਆ ਮਾਇਆ ਦੀ ਨੀਂਦ ਵਿੱਚ ਸੁੱਤੀ ਪਈ। ਸਤਿਗੁਰੂ ਆਖਦੇ ਨੇ, ਤੇਹੀ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਜ਼ਿੰਦਗੀ ਰੂਪੀ ਰਾਤ ਸੁੱਤਿਆਂ ਹੀ ਗੁਜ਼ਰ ਰਹੀ ਹੈ ਮਾਇਆ ਦੇ ਵਿੱਚ। ਜਿਵੇਂ ਨੀਂਦ ਵਿੱਚ ਸਭ ਚੀਜ਼ਾਂ ਸੁਪਨੇ ਵਿੱਚ ਸੱਚ ਨਜ਼ਰ ਆਉਂਦੀਆਂ ਨੇ ਨਾ, ਜੋ ਕੁਝ ਵੀ ਨਜ਼ਰ ਆਉਂਦਾ, ਜੋ ਕੁਝ ਵੀ ਦਿਸਦਾ ਸੱਚ ਲੱਗਦਾ ਹੈ। ਖਿਆਲ ਵੀ ਨਹੀਂ ਪੈਦਾ ਹੁੰਦਾ ਕਿ ਇਹ ਝੂਠ ਹੈ। ਬਿਲਕੁਲ ਐਸਾ ਹੀ ਮਾਇਆ ਦੀ ਨੀਂਦ ਵਿੱਚ ਇਹ ਮਾਇਆ ਦੀਆਂ ਚੀਜ਼ਾਂ ਸਭ ਸੱਚ ਪ੍ਰਤੀਤ ਹੁੰਦੀਆਂ ਹੈ, ਸਭ ਕੁਝ ਸੱਚ ਲੱਗਦਾ ਹੈ। ਬਹੁਤ ਦਫਾ ਐਸਾ ਹੁੰਦਾ ਹੈ ਕਿ ਸਾਨੂੰ ਇਹ ਯਕੀਨ ਹੀ ਨਹੀਂ ਆਉਂਦਾ ਕਿ ਇਹ ਮਿਥਿਆ ਹੈ। ਇਸ ਗੱਲ ਦਾ ਖਿਆਲ ਵੀ ਨਹੀਂ ਆਉਂਦਾ ਕਿ ਇਹ ਸਭ ਮਿਥਿਆ, ਇਹ ਸਭ ਝੂਠ ਹੈ। ਅੱਜ ਹੈ, ਕੱਲ ਨੂੰ ਇਹਦਾ ਕੋਈ ਪਤਾ ਨਹੀਂ ਹੋਵੇ ਜਾਂ ਨਾ ਹੋਵੇ। ਪਰ ਮਾਇਆ ਦੀ ਨੀਂਦ ਇੰਨੀ ਜ਼ਿਆਦਾ ਪ੍ਰਬਲ ਹੈ ਕਿ ਅਸੀਂ ਆਪਣੀਆਂ ਅੱਖਾਂ ਦੇ ਨਾਲ ਦੇਖਣ ਦੇ ਬਾਵਜੂਦ ਵੀ ਫਿਰ ਵੀ ਅਸੀਂ ਸਮਝ ਨਹੀਂ ਪਾਉਂਦੇ। ਬਹੁਤ ਦਫਾ ਅਸੀਂ ਸਭ ਨੇ ਵੇਖਿਆ ਤੇ ਸਭ ਨੇ ਇਹ ਗੱਲ ਕਹੀ ਵੀ ਹੈ ਆਪਣੀ ਜ਼ੁਬਾਨ ਤੋਂ। ਬਹੁਤ ਦਫਾ ਕਿਸੇ ਦੇ ਕਹਿਣ ਤੇ ਨਹੀਂ, ਆਪਣੇ ਆਪ ਜਦੋਂ ਅਸੀਂ ਕਿਸੇ ਨੂੰ ਇਸ ਦੁਨੀਆ ਤੋਂ ਜਾਂਦਾ ਹੋਇਆ ਵੇਖਦੇ ਹਾਂ ਤਾਂ ਸਾਡੀ ਜ਼ੁਬਾਨ ਤੋਂ ਇਹ ਗੱਲ ਸੁਭਾਵਿਕ ਨਿਕਲਦੀ ਹੈ ਕਿ ਸਭ ਮਿਥਿਆ ਹੈ, ਸਭ ਝੂਠ ਹੈ। ਸਾਨੂੰ ਕੋਈ ਫੋਰਸ ਨਹੀਂ ਕਰਦਾ ਇਹ ਕਹਿਣ ਵਾਸਤੇ। ਸਾਡੇ ਕੋਲੋਂ ਜ਼ਬਰਦਸਤੀ ਇਹ ਕਹਾਇਆ ਨਹੀਂ ਜਾਂਦਾ। ਸੁਭਾਵਿਕ ਸਾਡੇ ਅੰਦਰੋਂ ਇਹ ਗੱਲ ਨਿਕਲਦੀ ਕਿ ਇੱਥੋਂ ਸਭ ਨੇ ਤੁਰ ਜਾਣਾ ਹੈ, ਪਤਾ ਨਹੀਂ ਕੱਲ ਨੂੰ ਕਿਹਦੀ ਵਾਰੀ ਹੈ। ਸਭ ਨੇ ਇੱਥੋਂ ਚਲੇ ਜਾਣਾ ਹੈ ਇੱਕ ਦਿਨ। ਪਰ ਇੱਕ ਦੋ ਦਿਨ ਗੁਜ਼ਰਦੇ ਨੇ, ਹੌਲੀ ਹੌਲੀ ਇੱਕ ਦੋ ਮਹੀਨੇ ਗੁਜ਼ਰਦੇ ਨੇ, ਬੰਦਾ ਫਿਰ ਭੁੱਲ ਜਾਂਦਾ, ਫਿਰ ਉਸੇ ਨੀਂਦ ਵਿੱਚ। ਜਿਵੇਂ ਕਿਸੇ ਬੰਦੇ ਨੂੰ ਨੀਂਦ ਹੋਵੇ, ਗਹਿਰੀ ਨੀਂਦ, ਜਰਾ ਜੀ ਅੱਖ ਖੁੱਲੇ, ਪਾਣੀ ਪੀ ਕੇ ਉਹ ਫਿਰ ਸੌਂ ਜਾਏ। ਬਿਲਕੁਲ ਐਸੀ ਹਾਲਤ ਹੈ ਕਿ ਅਸੀਂ ਲੋਕ ਦੇਖਦੇ ਹਾਂ ਜੀਵਨ ਦੇ ਵਿੱਚ ਬਹੁਤ ਕੁਝ ਵਾਪਰਦਾ ਹੈ। ਜਦੋਂ ਕੋਈ ਮੌਤ ਦੀ ਘਟਨਾ ਵਾਪਰਦੀ ਹੈ, ਜਦੋਂ ਕੋਈ ਦੁੱਖ ਆਉਂਦਾ ਹੈ, ਜਦੋਂ ਕਿਤੇ ਸਾਨੂੰ ਕੋਈ ਚੋਟ ਵੱਜਦੀ ਹੈ, ਅਸੀਂ ਥੋੜ੍ਹਾ ਜਿਹਾ ਜਾਗਦੇ ਹਾਂ, ਜਾਗ ਕੇ ਫਿਰ ਸੌਂ ਜਾਂਦੇ ਹਾਂ। ਬਿਲਕੁਲ ਐਸਾ ਹੀ ਬੰਦੇ ਨੇ ਬਹੁਤ ਦਫਾ ਥੋੜ੍ਹਾ ਥੋੜ੍ਹਾ ਆਪਣੀ ਅੱਖ ਨੂੰ ਖੋਲ੍ਹਿਆ, ਪਰ ਖੋਲ੍ਹ ਕੇ ਫਿਰ ਸੌਂ ਗਿਆ। ਸਾਰੀ ਦੁਨੀਆ ਐਸਾ ਹੀ ਕਰ ਰਹੀ ਹੈ। ਸਤਿਗੁਰੂ ਕਹਿੰਦੇ ਮਾਇਆ ਦੀ ਨੀਂਦ ਹੈ ਹੀ ਇੰਨੀ ਜ਼ਿਆਦਾ ਗਹਿਰੀ ਕਿ ਬੰਦੇ ਨੂੰ ਇਹਦੇ ਵਿੱਚੋਂ ਨਿਕਲਣ ਦਾ ਬਲ ਹੀ ਨਹੀਂ ਮਿਲ ਰਿਹਾ। ਇਹਦੇ ਕੋਲ ਉੱਠਣ ਦੀ ਹਿੰਮਤ ਹੀ ਨਹੀਂ ਹੋ ਰਹੀ ਕਿ ਉੱਠ ਜਾਏ। ਜਿਵੇਂ ਸਵੇਰੇ ਸਵੇਰੇ
ਬੰਦੇ ਦੇ ਕੋਲ ਉੱਠਿਆ ਨਹੀਂ ਨਾ ਜਾਂਦਾ, ਦਿਲ ਕਰਦਾ ਹੋਰ ਸੌਂ ਲਈਏ, ਥੋੜਾ ਹੋਰ। ਜਿਵੇਂ ਜਿਵੇਂ ਦਿਨ ਚੜ੍ਹਦਾ ਉਵੇਂ ਉਵੇਂ ਨੀਂਦ ਜ਼ੋਰ ਪਾਉਂਦੀ ਜਾਂਦੀ ਹੈ, ਉਵੇਂ ਉਵੇਂ ਨੀਂਦ ਦਾ ਜ਼ੋਰ ਬਹੁਤ ਗਹਿਰਾ ਹੁੰਦਾ ਜਾਂਦਾ। ਭਾਵੇਂ ਬੰਦਾ ਬਹੁਤ ਪਹਿਲਾਂ ਹੀ ਸੁੱਤਾ ਹੋਵੇ, 8-10 ਘੰਟੇ ਵੀ ਸੌਂ ਲਵੇ, ਪਰ ਜਦੋਂ ਸਵੇਰ ਹੁੰਦੀ ਹੈ ਉਂਝ ਲੱਗਦਾ ਹਾਲੇ ਥੋੜਾ ਹੋਰ ਸੌਂ ਲਈਏ। ਮਾਇਆ ਦੀ ਨੀਂਦ ਐਸੀ ਹੀ ਹੈ, ਇਹ ਹਮੇਸ਼ਾ ਥੋੜੀ ਹੀ ਲੱਗਦੀ ਹੈ। ਸਤਿਗੁਰੂ ਕਹਿੰਦੇ ਇਸ ਨੀਂਦ ਵਿੱਚੋਂ ਜਾਗਣਾ, ਮਾਇਆ ਦੇ ਮੋਹ ਦੀ ਨੀਂਦ ਵਿੱਚੋਂ, ਪਦਾਰਥ ਦੀ ਨੀਂਦ ਵਿੱਚੋਂ, ਵਾਸਨਾ ਦੀ ਨੀਂਦ ਵਿੱਚੋਂ, ਜਦੋਂ ਇਸ ਨੀਂਦ ਵਿੱਚੋਂ ਅਸੀਂ ਜਾਗ ਪੈਂਦੇ ਹਾਂ ਤਾਂ ਉਹ ਕੁਝ ਨਜ਼ਰ ਆਉਣ ਲੱਗਦਾ ਹੈ ਜੋ ਪਹਿਲਾਂ ਕਦੇ ਨਜ਼ਰ ਨਹੀਂ ਆਇਆ ਹੁੰਦਾ। ਬਹੁਤ ਕੁਝ ਸਾਫ਼ ਸਪਸ਼ਟ ਦਿਸਣ ਲੱਗ ਪੈਂਦਾ ਹੈ। ਨੀਂਦ ਵਿੱਚ, ਸੁਪਨੇ ਵਿੱਚ ਸਭ ਸੱਚ ਲੱਗਦਾ ਹੈ, ਕਦੇ ਕੁਝ ਝੂਠ ਨਜ਼ਰ ਨਹੀਂ ਆਉਂਦਾ, ਕਦੇ ਕੁਝ ਝੂਠ ਨਹੀਂ ਲੱਗਦਾ। ਸਤਿਗੁਰੂ ਕਹਿੰਦੇ ਜਗ ਜੀਵਨ ਐਸਾ ਸੁਪਨੇ ਜੈਸਾ, ਇਹ ਜਗਤ ਜੀਵਨ ਸੁਪਨੇ ਜੈਸਾ ਹੈ। ਜਗ ਜੀਵਨ ਐਸਾ ਸੁਪਨੇ ਜੈਸਾ। ਤੇ ਅਸੀਂ ਲੋਕਾਂ ਨੇ ਕੀ ਕੀਤਾ? ਸਤਿਗੁਰੂ ਕਹਿੰਦੇ ਸਾਚ ਕਰ ਹਮ ਗਾਂਠ ਦੀਨੀ ਛੋੜ ਪਰਮ ਨਿਧਾਨ। ਇਸ ਜੀਵਨ ਨੂੰ, ਇਸ ਸੁਪਨੇ ਨੂੰ ਸੱਚ ਕਰਕੇ ਅਸੀਂ ਗੱਠ ਮਾਰ ਕੇ ਬੰਨ੍ਹ ਕੇ ਰੱਖ ਲਿਆ। ਉਸ ਪਰਮ ਨਿਧਾਨ ਵਾਹਿਗੁਰੂ ਨੂੰ ਛੱਡ ਕੇ, ਪਰਮੇਸ਼ਰ ਨੂੰ ਛੱਡ ਕੇ ਅਸੀਂ ਮਾਇਆ ਨੂੰ ਪਕੜ ਕੇ ਰੱਖ ਲਿਆ। ਤੇ ਇਸ ਸੁਪਨੇ ਵਿੱਚੋਂ ਜਾਗਣਾ, ਇਸ ਨੀਂਦ ਵਿੱਚੋਂ ਜਾਗਣਾ। ਅੱਜ ਦੇ ਇਸ ਬਚਨ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਨੀਂਦ ਵਿੱਚੋਂ ਜਾਗਣ ਦੀ ਹੀ ਗੱਲ ਕੀਤੀ ਕਿ ਜਿਨ੍ਹਾਂ ਨੇ ਇਸ ਨੀਂਦ ਵਿੱਚੋਂ ਖੁਦ ਨੂੰ ਜਗਾ ਲਿਆ, ਜਿਹੜੇ ਜਾਗ ਪਏ। ਸਤਿਗੁਰੂ ਕਹਿੰਦੇ ਮਹਾ ਮੋਹ ਮਲਨ ਨੀਂਦ ਤੇ ਛੁਟਕੀ। ਸਤਿਗੁਰੂ ਕਹਿੰਦੇ ਇਹ ਮੇਰੀ ਜਿੰਦ, ਇਹ ਮੋਹ ਦੀ ਨੀਂਦ, ਮਲਨ ਜਿਹੜੀ ਇਹ ਨੀਂਦ ਮੋਹ ਦੀ ਬੁੱਧੀ ਨੂੰ ਮਲੀਨ ਕਰਦੀ ਹੈ। ਮਲਨ ਮਤਲਬ ਮਲ ਵਾਲੀ, ਗੰਦਗੀ ਵਾਲੀ, ਜੋ ਸਾਡੀ ਬੁੱਧੀ ਨੂੰ, ਜੋ ਸਾਡੇ ਮਨ ਨੂੰ ਮਲੀਨ ਕਰਦੀ ਹੈ, ਮੋਹ ਦੀ ਨੀਂਦ। ਐਸਾ ਹੀ ਹੈ ਮੋਹ ਦੇ ਵਿੱਚ, ਮਾਇਆ ਦੇ ਮੋਹ ਵਿੱਚ ਅਸੀਂ ਮਲੀਨ ਹੁੰਦੇ ਹਾਂ। ਮਾਇਆ ਦੇ ਮੋਹ ਵਿੱਚ ਸਾਡੇ ਅੰਦਰ ਮੈਲ ਪੈਦਾ ਹੁੰਦੀ। ਮਾਇਆ ਦੇ ਮੋਹ ਦੇ ਵਿੱਚ ਬੰਦੇ ਨੂੰ ਆਪਣੇ ਆਪ ਤੋਂ ਬਿਨਾਂ, ਆਪਣਿਆਂ ਤੋਂ ਬਿਨਾਂ ਹੋਰ ਕੁਝ ਨਹੀਂ ਦਿਸਦਾ। ਜਿਹਦੇ ਮੋਹ ਵਿੱਚ ਬੰਦਾ ਹੋਵੇ ਉਹੀ ਚੀਜ਼ ਦਿਸਦੀ। ਜੇ ਪੈਸੇ ਦੇ ਮੋਹ ਵਿੱਚ ਹੈ ਤਾਂ ਪੈਸੇ ਤੋਂ ਬਿਨਾਂ ਕੁਝ ਹੋਰ ਨਹੀਂ ਦਿਸਦਾ। ਜੇ ਧੀਆਂ ਪੁੱਤਾਂ ਦੇ ਮੋਹ ਵਿੱਚ ਹੈ ਤਾਂ ਉਹਨਾਂ ਤੋਂ ਬਿਨਾਂ ਕੁਝ ਹੋਰ ਨਹੀਂ ਦਿਸਦਾ। ਜੇ ਚੀਜ਼ਾਂ ਦੇ, ਪਦਾਰਥਾਂ ਦੇ ਮੋਹ ਵਿੱਚ ਹੈ, ਕੁਰਸੀ ਦੇ, ਅਹੁਦੇ ਦੇ ਮੋਹ ਵਿੱਚ ਹੈ ਤਾਂ ਉਹਦੇ ਤੋਂ ਬਿਨਾਂ ਕੁਝ ਹੋਰ ਨਹੀਂ ਦਿਸਦਾ। ਤੇ ਮੋਹ ਹਮੇਸ਼ਾ ਆਪਣੀ ਚੀਜ਼ ਦਾ ਹੁੰਦਾ ਹੈ, ਬਗਾਨੀ ਚੀਜ਼ ਦਾ ਕਦੇ ਮੋਹ ਨਹੀਂ ਹੁੰਦਾ। ਕਿਸੇ ਬਗਾਨੇ ਦਾ ਮੋਹ ਨਹੀਂ ਹੁੰਦਾ, ਮੋਹ ਆਪਣੇ ਦਾ ਹੁੰਦਾ। ਆਪਣੇ ਧੀ ਪੁੱਤ ਦਾ ਮੋਹ ਹੁੰਦਾ। ਕਦੇ ਗੁਆਂਢੀਆਂ ਦੇ ਧੀ ਪੁੱਤ ਦਾ ਮੋਹ ਹੋਇਆ? ਕਦੇ ਵੀ ਨਹੀਂ। ਉਹਦਾ ਮੋਹ ਹੋਵੇ ਵੀ ਕਿਉਂ? ਕਿਉਂਕਿ ਸਾਡਾ ਉਹਦੇ ਨਾਲ ਸੰਬੰਧ ਕੀ ਹੈ? ਬਸ ਬੋਲਬਾਣੀ ਹੈ, ਆਂਢ ਗੁਆਂਢ ਵਿੱਚ ਰਹਿੰਦੇ ਹਾਂ, ਬਸ ਇਸੇ ਕਰਕੇ। ਇਸ ਲਈ ਉਹਨਾਂ ਦੇ ਦੁੱਖ ਵੀ ਸਾਨੂੰ ਬਹੁਤਾ ਦੁਖੀ ਨਹੀਂ ਕਰਦੇ, ਉਹਨਾਂ ਦਾ ਸੁੱਖ ਵੀ ਸਾਨੂੰ ਸੁਖੀ ਨਹੀਂ ਕਰਦਾ। ਸਾਡੇ ਆਪ ਦੇ ਘਰ ਵਿੱਚ ਵਾਪਰਨ ਵਾਲਾ ਸੁੱਖ ਜਾਂ ਦੁੱਖ ਉਹੀ ਸਾਨੂੰ ਸੁਖੀ ਜਾਂ ਦੁਖੀ ਕਰਦਾ। ਇਸ ਲਈ ਮੋਹ ਵਿੱਚ ਫਸਿਆ ਹੋਇਆ ਆਦਮੀ, ਉਹਨੂੰ ਦੂਸਰਿਆਂ ਦੇ ਦੁੱਖ ਨਾਲ ਕੋਈ ਲੈਣਾ ਦੇਣਾ ਨਹੀਂ। ਦੂਸਰੇ ਦੇ ਘਰ ਵਿੱਚ ਮੌਤ ਵੀ ਹੋ ਜਾਏ ਕੋਈ ਬਹੁਤਾ ਫਰਕ ਨਹੀਂ ਪੈਂਦਾ। ਦੂਸਰੇ ਦੇ ਘਰ ਵਿੱਚ ਚੋਰੀ ਵੀ ਹੋ ਜਾਏ ਕੋਈ ਬਹੁਤਾ ਫਰਕ ਨਹੀਂ ਪੈਂਦਾ। ਦੂਸਰੇ ਦੇ ਘਰ ਨੂੰ ਅੱਗ ਤੱਕ ਲੱਗ ਜਾਵੇ ਕੋਈ ਬਹੁਤਾ ਫਰਕ ਨਹੀਂ ਪੈਂਦਾ। ਲੁੱਟਿਆ ਜਾਵੇ, ਬਰਬਾਦ ਹੋ ਜਾਏ, ਕੀ ਫਰਕ ਪੈਂਦਾ? ਕਿਉਂਕਿ ਮੇਰਾ ਕਿਹੜਾ ਉਹਦੇ ਨਾਲ ਕੋਈ ਲੈਣਾ ਦੇਣਾ ਸੀ। ਪਰ ਇਹੀ ਸਭ ਕੁਝ ਜਦੋਂ ਆਪਣੇ ਨਾਲ ਵਾਪਰਦਾ ਫਿਰ ਤਕਲੀਫ ਹੁੰਦੀ ਹੈ।
ਫਿਰ ਦੁੱਖ ਹੁੰਦਾ ਹੈ। ਕਿਉਂਕਿ ਮੋਹ ਦੂਸਰੇ ਨੂੰ ਨਾਲ ਸੰਬੰਧਿਤ ਨਹੀਂ ਹੈ, ਮੋਹ ਆਪਣੇ ਨਾਲ ਸੰਬੰਧਿਤ ਹੈ। ਕਿਸੇ ਬੰਦੇ ਦੇ ਘਰ ਨੂੰ ਅੱਗ ਲੱਗ ਗਈ, ਰੋ ਰਿਹਾ ਹੈ ਬਹੁਤ, ਜਿਵੇਂ ਹੀ ਸੁਣਿਆ ਨਾ, ਜਿਵੇਂ ਹੀ ਪਤਾ ਲੱਗਾ ਕਿ ਮੇਰਾ ਘਰ ਸੜ ਰਿਹਾ ਹੈ, ਦੁਖੀ ਹੋ ਰਿਹਾ ਹੈ, ਰੋਣ ਲੱਗ ਪਿਆ ਧਾਹਾਂ ਮਾਰ ਮਾਰ ਕੇ। ਗੁਆਂਢੀ ਨੇ ਆ ਕੇ ਪੁੱਛਿਆ ਕਿ ਭਾਈ ਕੀ ਗੱਲ, ਰੋ ਕਿਉਂ ਰਹੇ ਹੋ? ਉਸਨੇ ਕਿਹਾ ਜੀ ਮੇਰਾ ਫਲਾਣੇ ਸੈਕਟਰ ਵਿੱਚ ਜਿਹੜਾ ਘਰ ਸੀ ਨਾ, ਉਹਨੂੰ ਅੱਗ ਲੱਗ ਗਈ। ਉਸਨੇ ਕਿਹਾ ਅੱਛਾ, ਪਰ ਰੁਕੋ, ਮੈਂ ਕੱਲ ਹੀ ਤੁਹਾਡੇ ਮੁੰਡੇ ਨੂੰ ਕਿਸੇ ਨਾਲ ਗੱਲ ਕਰਦਿਆਂ ਸੁਣਿਆ ਕਿ ਤੁਹਾਡਾ ਉਹ ਘਰ ਤਾਂ ਵਿਕ ਗਿਆ, ਤੁਹਾਡੇ ਮੁੰਡੇ ਨੇ ਦੱਸਿਆ ਨਹੀਂ ਤੁਹਾਨੂੰ? ਉਹ ਕਹਿੰਦੇ ਅੱਛਾ, ਮੇਰਾ ਘਰ ਵਿਕ ਗਿਆ, ਹੁਣ ਰੋਣਾ ਬੰਦ। ਘਰ ਉਸੇ ਤਰ੍ਹਾਂ ਸੜ ਰਿਹਾ ਹੈ ਜਿਸ ਤਰ੍ਹਾਂ ਥੋੜੀ ਦੇਰ ਪਹਿਲਾਂ ਸੜ ਰਿਹਾ ਸੀ, ਪਰ ਰੋਣਾ ਬੰਦ ਹੋ ਗਿਆ, ਕੁਰਲਾਉਣਾ ਬੰਦ ਹੋ ਗਿਆ। ਹੁਣ ਉਹ ਬਿਲਕੁਲ ਚੁੱਪ ਹੋ ਕੇ ਬੈਠ ਗਿਆ। ਥੋੜੀ ਦੇਰ ਤੱਕ ਉਹਦਾ ਮੁੰਡਾ ਆ ਗਿਆ, ਬੜਾ ਦੁਖੀ, ਬੜਾ ਨਿਰਾਸ਼। ਪਿਓ ਨੇ ਪੁੱਛਿਆ ਕਿ ਪੁੱਤਰ ਕੀ ਹੋਇਆ? ਕਹਿੰਦਾ ਜੀ ਆਪਣਾ ਫਲਾਣਾ ਘਰ ਨਾ ਉਹ ਸੜ ਗਿਆ, ਅੱਗ ਲੱਗ ਗਈ ਉਸਨੂੰ। ਪਿਤਾ ਨੇ ਕਿਹਾ ਕਿ ਉਹ ਵਿਕਿਆ ਨਹੀਂ ਸੀ? ਕਹਿੰਦਾ ਹਾਂ, ਗੱਲ ਚੱਲ ਰਹੀ ਸੀ ਪਰ ਹਾਲੇ ਫਾਈਨਲ ਨਹੀਂ ਸੀ ਹੋਇਆ। ਉਹ ਆਦਮੀ ਫਿਰ ਰੋਣ ਲੱਗ ਪਿਆ। ਥੋੜੀ ਦੇਰ ਪਹਿਲਾਂ ਰੋ ਰਿਹਾ ਸੀ, ਪਤਾ ਲੱਗਿਆ ਕਿ ਉਹ ਘਰ ਵਿਕ ਗਿਆ ਤਾਂ ਚੁੱਪ ਕਰ ਗਿਆ। ਹੁਣ ਪੁੱਤ ਨੇ ਆ ਕੇ ਦੱਸਿਆ ਕਿ ਨਹੀਂ, ਉਹ ਵਿਕਿਆ ਨਹੀਂ, ਗੱਲ ਵਿੱਚ ਰਹਿ ਗਈ ਸੀ, ਡੀਲ ਫਾਈਨਲ ਨਹੀਂ ਹੋ ਸਕੀ। ਉਹ ਫਿਰ ਰੋਣ ਲੱਗ ਪਿਆ। ਮਤਲਬ ਕੀ ਇਸ ਗੱਲ ਦਾ? ਇਸ ਗੱਲ ਦਾ ਮਤਲਬ ਕਿ ਜੇ ਤੇ ਉਹ ਮੇਰਾ ਹੈ ਫਿਰ ਮੇਰਾ ਰੋਣਾ ਜਾਇਜ਼ ਹੈ, ਜੇ ਉਹ ਘਰ ਵਿਕ ਗਿਆ ਕਿਸੇ ਹੋਰ ਦਾ ਹੋ ਗਿਆ ਫਿਰ ਰੋਣਾ ਠੀਕ ਨਹੀਂ ਹੈ। ਕਿਉਂਕਿ ਹੁਣ ਉਹ ਮੇਰਾ ਨਹੀਂ, ਕਿਸੇ ਹੋਰ ਦਾ ਸੜ ਰਿਹਾ, ਮੇਰਾ ਕੀ ਜਾ ਰਿਹਾ? ਉਹਨੇ ਖਰੀਦ ਲਿਆ, ਉਹਦਾ ਸੜ ਗਿਆ। ਰੋਣਾ ਤਾਂ ਆ ਰਿਹਾ ਦੁਬਾਰਾ ਕਿਉਂਕਿ ਉਹ ਖਰੀਦਿਆ ਨਹੀਂ, ਉਹ ਵਿਕਿਆ ਨਹੀਂ ਹਾਲੇ। ਅਸੀਂ ਲੋਕ ਮੋਹ ਦੀ ਐਸੀ ਨੀਂਦ ਵਿੱਚ ਸੁੱਤੇ ਪਏ ਹਾਂ। ਇਹ ਮੋਹ ਦੀ ਨੀਂਦ ਹੈ। ਸਤਿਗੁਰੂ ਕਹਿੰਦੇ ਇਹ ਮੋਹ ਇਹ ਮਲੀਨ ਕਰਦਾ ਹੈ ਬੁੱਧੀ ਨੂੰ। ਇਸ ਤੋਂ ਬੰਦੇ ਦੇ ਮਨ ਦੇ ਵਿੱਚ ਮੈਲ ਹੈ, ਇਹ ਜ਼ਾਹਰ ਹੁੰਦੀ ਹੈ। ਇਹ ਮੋਹ ਮੈਲ ਪੈਦਾ ਕਰਦਾ ਹੈ ਮਨ ਵਿੱਚ। ਮੇਰਾ ਘਰ ਸੜ ਰਿਹਾ, ਤਕਲੀਫ ਹੋ ਰਹੀ ਹੈ। ਦੂਸਰੇ ਦਾ ਘਰ, ਜਿਹਨੇ ਖਰੀਦਿਆ ਮੇਰੇ ਘਰ ਨੂੰ, ਉਹਦਾ ਘਰ ਸੜ ਗਿਆ, ਫਿਰ ਕੋਈ ਫਰਕ ਨਹੀਂ। ਮੈਲ ਪੈਦਾ ਹੁੰਦੀ ਮੋਹ ਦੇ ਨਾਲ। ਸਤਿਗੁਰੂ ਕਹਿੰਦੇ ਮੋਹ ਮਲਨ, ਮੋਹ ਦੀ ਮੈਲ। ਜਦੋਂ ਇਸ ਮੋਹ ਦੀ ਨੀਂਦ ਤੋਂ ਹੀ ਅਸੀਂ ਜਾਗ ਪਏ ਤਾਂ ਫਿਰ ਸਤਿਗੁਰੂ ਕਹਿੰਦੇ ਨੀਂਦ ਤੇ ਛੁਟਕੀ। ਜਦੋਂ ਨੀਂਦ ਤੋਂ ਹੀ ਛੁੱਟ ਗਏ, ਨੀਂਦ ਤੋਂ ਹੀ ਮੁਕਤ ਹੋ ਗਏ, ਤਾਂ ਫਿਰ ਮਨ ਮੈਲਾ ਨਹੀਂ ਹੁੰਦਾ। ਮਨ ਮੈਲਾ ਨਹੀਂ ਹੁੰਦਾ। ਫਿਰ ਬੰਦਾ ਬਹੁਤ ਸੈਂਸਿਟਿਵ ਹੋ ਜਾਂਦਾ ਹੈ। ਦੂਸਰੇ ਦੇ ਘਰ ਵਿੱਚ ਤਕਲੀਫ ਉਹ ਆਪਣੇ ਘਰ ਜੈਸੀ ਤਕਲੀਫ ਲੱਗਣ ਲੱਗ ਜਾਂਦੀ। ਦੂਸਰੇ ਦੇ ਘਰ ਦੇ ਵਿੱਚ ਦੁੱਖ ਉਹ ਫਿਰ ਆਪਣੇ ਘਰ ਦੁੱਖ ਵਰਗਾ ਲੱਗਣ ਲੱਗ ਜਾਂਦਾ ਹੈ। ਕਿਉਂਕਿ ਹੁਣ ਮੋਹ ਦੀ ਨੀਂਦ ਤੋਂ ਜਾਗ ਪਿਆ। ਹੁਣ ਮੋਹ ਨਹੀਂ ਰਿਹਾ, ਹੁਣ ਪ੍ਰੇਮ ਪੈਦਾ ਹੋਇਆ। ਪ੍ਰੇਮ ਸਾਰਿਆਂ ਨੂੰ ਆਪਣੀ ਗਲਵੱਕੜੀ ਵਿੱਚ ਲੈਂਦਾ ਹੈ, ਮੋਹ ਸਭ ਨੂੰ ਨਹੀਂ। ਮੋਹ ਬਹੁਤ ਸੰਕੀਰਣ ਹੈ। ਮੋਹ ਦੇ ਵਿੱਚ ਸਿਰਫ ਆਪਣੇ ਬੱਚੇ ਦੇ ਉੱਤੇ ਪਿਆਰ ਆਏਗਾ ਬਸ, ਪਰ ਪ੍ਰੇਮ ਦੇ ਵਿੱਚ ਸਭ ਦੇ ਬੱਚੇ ਆਪਣੇ ਵਰਗੇ, ਆਪਣੇ ਬੱਚੇ ਜੈਸੇ ਲੱਗਣਗੇ। ਇਸ ਲਈ ਮੋਹ, ਜਦੋਂ ਮੋਹ ਦੀ ਨੀਂਦ ਤੋਂ ਜਾਗ ਪੈਂਦਾ ਹੈ ਬੰਦਾ, ਤਾਂ ਉਹਨੂੰ ਸਾਰੇ ਇੱਕੋ ਜਿਹੇ ਨਜ਼ਰ ਆਉਂਦੇ ਨੇ। ਫਿਰ ਉਸ ਨੂੰ ਦੂਸਰੇ ਦਾ ਦੁੱਖ ਵੀ ਆਪਣੇ ਦੁੱਖ ਜੈਸਾ ਨਜ਼ਰ ਆਉਂਦਾ ਹੈ। ਸਤਿਗੁਰੂ ਕਹਿੰਦੇ ਉੱਠ ਗਿਆ ਇਸ ਨੀਂਦ ਤੋਂ, ਜਾਗ ਪਿਆ। ਮਹਾ ਮੋਹ ਮਲਨ ਨੀਂਦ ਤੇ ਛੁਟਕੀ, ਕੌਣ ਅਨਗੁਰੂ ਪੈਓਰੀ। ਸਤਿਗੁਰੂ ਕਹਿੰਦੇ ਕੀ ਹੋਇਆ ਤੇਰੇ ਤੇ, ਕਿਹੜੀ ਕਿਰਪਾ ਹੋ ਗਈ? ਅਨੁਗ੍ਰਹਿ। ਅਨੁਗ੍ਰਹਿ ਮਤਲਬ ਉਹਦੀ ਕਿਰਪਾ ਹੈ।
तेरे ते ऐसी केड़ी किरपा हुई कि तू मोह दी नींद तो उठ पई, तेनू जाग आ गई। किवें जाग आई? उस वाहिगुरू ने तेरे ते की दया कर दी, उन्हें तेरे ते की मेहर कर दी कि तेरी नींद खुल गई, तू जाग पई इस मोह दी नींद तो। महामोहनी तुद ना व्यापै। सतगुरु कहंदे ये माया जिहड़ी है ना बंदे नूं मोहण वाली, महामोहनी तुद ना व्यापै, ये हुण तैनूं व्यापदी नहीं। ये माया मोहनी हुण तेरे उत्ते कोई असर नहीं पाउंदी। तेरा आलस कहाँ गए ओरी? सतगुरु कहंदे दस तेरा आलस कित्थे गया? जिहड़ा तेरे अंदर आलस सी वो कित्थे गया? हुण माया तेरे उत्ते असर क्यों नहीं पाउंदी? माया दा प्रभाव तेरे उत्ते क्यों नहीं पैंदा? रूप देख के हुण मन डोलदा क्यों नहीं? पैसा देख के मन डोलदा क्यों नहीं? दूसरे दा घर-बार देख के मन डोलदा क्यों नहीं? की होया? पहला ये मन माया देख के डोल जांदा सी, पहला ये मन रूप देख के डोल जांदा सी, कोई भी चीज़ वेख के मन डोल जांदा सी, पर हुण क्यों नहीं डोलदा? हुण ये माया दा असर क्यों नहीं हुंदा तेरे ते? क्योंकि तू ते उही है, कुछ फर्क थोड़ी पिया। की गल हुई? बदलाव किवें आ गया? ये फर्क किवें आया कि पहला जिहड़ा माया दा लोभ सताउंदा सी हुण नहीं सताउंदा? ऐसी की किरपा होगी तेरे ते? ऐसी कुछ दया, ऐसी केड़ी दया हो गई? भाई नंद लाल आनंदपुर साहब आए सी, तां आनंदपुर आउण दा उन्हां दा मतलब ये नहीं सी कि मैं गुरु दे दर्शन करने ने जाके गुरु नूं मिलांगा, आनंद मिलेगा ना। डर के आए सी, क्योंकि औरंगजेब ने नंद लाल नूं मार देण दा हुक्म दिता सी कि जां तां इस नूं मुसलमान बना दिओ, क्योंकि इहो जिहा विद्वान आदमी, अरबी फारसी दा विद्वान, कुरान दीआं आयतां दे बहुत प्यारे अर्थ करन वाला, ये दूसरे धर्म का नहीं होना चाहिए। जां तां इहनूं मुसलमान बनाओ, नहीं बनता तो मार दिओ। जदों उहनूं पता लग्या कि औरंगजेब ने यह हुक्म किया, तां उसने उत्थों भज जाना चाहया, तां उसनूं नंद लाल नूं शहजादा मुआजम, जिन्हों बाद विच बहादुर शाह के नाम नाल जानिया गया, उसने कहा कि जे तुसीं जाना ही चाहुंदे हो तां फिर पंजाब जाओ, इक्को एक ऐसी थां है जिथे कोई तुहाडा बाल भी विंगा नहीं कर सकता। नंद लाल ने पूछा वो किहड़ी? शहजादा मुआजम ने कहा है वो है आनंदपुर, गुरु गोबिंद सिंह जी की शरण में जाओ, उत्थे नहीं तुहाडा बाल भी विंगा हुंदा। नंद लाल मौत तो डरदा होया आनंदपुर साहिब पहुंचा, ते जदों इत्थे आके गुरु का संग किया, गुरु दे दर रह के गुरु दे दरों सिੱਖੀ दी दात लई, गुरु का सेवक हो गया, तां मन विचों सारे डर मिन्स गए, सारे डर मिन्स गए। भाई नंद लाल दीआं गज़लां पढ़िओ कदे, वो कहंदे ने कि हुण जे मैं गुरु दे चरनां विच मर भी जावां ना तां मैनूं कोई डर नहीं। हुण मौत तो डरदा आया ते हुण वो कहंदे मर भी जावां कोई परवाह नहीं, गुरु दे लई मैं मरन लई भी तैयार। जिहड़ी गल इत्थे सतगुरु कहंदे ने, सतगुरु कहंदे महामोहनी तुद ना व्यापै। मौत तो बंदा डरदा सी ते हुण उस मौत दा कोई डर ही नहीं, कोई भै ही नहीं। ये किवें होया? सतगुरु कहंदे आ गल किवें वापरी? ये कैसा हो गया? कौन अनुग्रह पै ओरी? तेरे उत्ते केड़ी किरपा हो गई कि मौत दे नां तो ही डरदा सी? लोग डरदे ने ना मौत दे नां तो। लोग कहंदे ने जी सवेरे सवेरे मौत की गल ना करिया करो। कई बारी ऐसा भी हुंदा है
ਇੱਕ ਦੋ ਥਾਈਂ ਵਾਪਰਿਆ ਵੀ ਕਿ ਸਵੇਰੇ ਸਵੇਰੇ ਰਾਗੀਆਂ ਨੇ ਕੋਈ ਸ਼ਬਦ ਪੜ੍ਹ ਦਿੱਤਾ ਐਸਾ ਜਿਹਦੇ ਵਿੱਚ ਮੌਤ ਦਾ ਜ਼ਿਕਰ ਸੀ, ਤਾਂ ਉਹਨਾਂ ਰਾਗੀਆਂ ਨੂੰ ਵਿਚਾਰਿਆਂ ਨੂੰ ਬਹੁਤ ਝਿੜਕਾਂ ਖਾਣੀਆਂ ਪਈਆਂ। ਕਿਉਂ? ਕਿ ਤੁਸੀਂ ਜੀ ਮੌਤ ਦਾ ਸ਼ਬਦ ਪੜ੍ਹ ਦਿੱਤਾ ਸਵੇਰੇ ਸਵੇਰੇ। ਐਸਾ ਹੋਇਆ। ਇਸ ਲਈ ਬਹੁਤ ਦਫਾ ਐਸਾ ਹੋ ਜਾਂਦਾ, ਲੋਕ ਮੌਤ ਦੀ ਗੱਲ ਨਹੀਂ ਸੁਣਨਾ ਚਾਹੁੰਦੇ। ਕਿਉਂ ਨਹੀਂ ਸੁਣਨਾ ਚਾਹੁੰਦੇ? ਕਿਉਂਕਿ ਮੌਤ ਦੀ ਗੱਲ ਸੁਣ ਕੇ ਮੌਤ ਦਾ ਚੇਤਾ ਆ ਜਾਂਦਾ, ਮੌਤ ਦੀ ਯਾਦ ਆ ਜਾਂਦੀ। ਸਤਿਗੁਰੂ ਕਹਿੰਦੇ ਬੰਦਾ ਡਰਿਆ ਹੋਇਆ ਮੌਤ ਤੋਂ ਕਿ ਮਰ ਨਾ ਜਾਵਾਂ। ਮਰਨ ਤੋਂ ਡਰਦਾ, ਇਸ ਕਰਕੇ ਜਦੋਂ ਮੌਤ ਆਉਂਦੀ ਹੈ ਤਾਂ ਇਹਨੂੰ ਇੰਜ ਲੱਗਦਾ ਕਿ ਜਿਵੇਂ ਜੰਮ ਇਸ ਨੂੰ ਘੜੀਸ ਘੜੀਸ ਕੇ ਲਿਜਾ ਰਿਹਾ। ਕੋਈ ਘੜੀਸ ਕੇ ਨਹੀਂ ਲਿਜਾ ਰਿਹਾ, ਕੋਈ ਖਿੱਚ ਖਿੱਚ ਕੇ ਨਹੀਂ ਲਿਜਾ ਰਿਹਾ। ਬੰਦੇ ਨੇ ਚੀਜ਼ਾਂ ਨੂੰ ਘੁੱਟ ਕੇ ਫੜਿਆ ਹੋਇਆ, ਇਹ ਛੱਡਣਾ ਨਹੀਂ ਚਾਹੁੰਦਾ, ਇਸ ਕਰਕੇ ਲੱਗਦਾ ਕਿ ਖਿੱਚ ਖਿੱਚ ਕੇ ਲਿਜਾ ਰਹੇ ਨੇ। ਕੁਰਸੀ ਨੂੰ, ਪੈਸੇ ਨੂੰ, ਜ਼ਮੀਨ ਜਾਇਦਾਦ ਨੂੰ ਬੜਾ ਘੁੱਟ ਕੇ ਫੜਿਆ ਹੋਇਆ, ਤੇ ਉਹ ਹੁਣ ਛੁੱਟਦੀ ਹੋਈ ਨਜ਼ਰ ਆ ਰਹੀ ਹੈ। ਜ਼ਮੀਨ, ਉਹ ਪੈਸਾ ਹੁਣ ਛੁੱਟਦਾ ਹੋਇਆ ਨਜ਼ਰ ਆ ਰਿਹਾ ਹੈ। ਉਹ ਘਰ-ਬਾਰ ਹੁਣ ਛੁੱਟਦਾ ਹੋਇਆ ਨਜ਼ਰ ਆ ਰਿਹਾ ਹੈ। ਰੁਤਬਾ, ਅਹੁਦਾ, ਉਹ ਪੋਜੀਸ਼ਨ ਉਹ ਹੁਣ ਛੁੱਟਦੀ ਹੋਈ ਨਜ਼ਰ ਆ ਰਹੀ। ਇਸ ਕਰਕੇ ਲੱਗਦਾ ਕਿ ਜੰਮ ਘੜੀਸ ਕੇ ਲੈ ਕੇ ਜਾ ਰਹੇ ਨੇ। ਘੜੀਸ ਕੇ ਕੋਈ ਨਹੀਂ ਲੈ ਜਾਂਦਾ। ਬੰਦਾ ਆਪ ਚੀਜ਼ਾਂ ਛੱਡਣਾ ਨਹੀਂ ਚਾਹੁੰਦਾ, ਇਸ ਕਰਕੇ ਲੱਗਦਾ ਕਿ ਜੰਮ ਦੁੱਖ ਦੇ ਰਹੇ ਨੇ। ਸਤਿਗੁਰੂ ਕਹਿੰਦੇ ਇਹ ਡਰ ਬਿਨਸ ਗਿਆ। ਹੁਣ ਡਰ ਨਹੀਂ ਰਹਿ ਗਿਆ। ਹੁਣ ਮਾਇਆ ਵਿਆਪਦੀ ਨਹੀਂ, ਮਹਾਮੋਹ ਨਹੀਂ ਤੁਧ ਨਾ ਵਿਆਪੈ। ਸਤਿਗੁਰੂ ਕਹਿੰਦੇ ਤੈਨੂੰ ਹੁਣ ਮਹਾਮੋਹ ਨਹੀਂ, ਮਾਇਆ ਉਹ ਵਿਆਪਦੀ ਨਹੀਂ ਹੈ, ਤੇਰੇ ਉੱਤੇ ਉਹਦਾ ਕੋਈ ਅਸਰ ਨਹੀਂ ਹੁੰਦਾ। ਤੇਰਾ ਆਲਸ ਕਹਾਂ ਗਏ ਹੋਰੀ? ਮਾਇਆ ਦੇ ਕਰਕੇ ਹੀ ਤੇਰੇ ਮਨ ਤੇ ਆਲਸ ਸੀ। ਤੇਰਾ ਉਹ ਆਲਸ ਕਿੱਥੇ ਗਿਆ? ਹੁਣ ਆਲਸ ਵੀ ਨਹੀਂ ਹੈ। ਕਿ ਮਨ ਆਲਸ ਕਰਦਾ ਸੀ ਨਾ ਕਿ ਕੋਈ ਨਹੀਂ ਕੱਲ ਨੂੰ ਚੱਲਾਂਗੇ। ਚੰਗੇ ਕੰਮ ਵਾਸਤੇ ਬੰਦਾ ਹਮੇਸ਼ਾ ਆਲਸੀ ਹੁੰਦਾ ਕਿ ਜੀ ਕੋਈ ਨਹੀਂ ਕੱਲ ਨੂੰ ਕਰ ਲਵਾਂਗੇ। ਮਾੜੇ ਕੰਮ ਨੂੰ ਕਰਨ ਵਾਸਤੇ ਬੰਦਾ ਕਦੇ ਨਹੀਂ ਕਹਿੰਦਾ ਕਿ ਕੱਲ ਨੂੰ ਕਰਾਂਗੇ। ਚੰਗੇ ਕੰਮ ਨੂੰ ਕਰਨ ਲਈ ਹਮੇਸ਼ਾ ਕਹਿੰਦਾ ਕੱਲ ਨੂੰ ਕਰਾਂਗੇ। ਸਤਿਗੁਰੂ ਕਹਿੰਦੇ ਤੇਰਾ ਇਹ ਆਲਸ, ਕੱਲ ਦਾ ਕੰਮ ਤੂੰ ਹੁਣ ਕੱਲ ਤੇ ਨਹੀਂ ਛੱਡਦਾ। ਉਹ ਕਹਿੰਦਾ ਹੁਣੇ ਹੀ ਕਰ ਲਈਏ, ਕਿਉਂਕਿ ਕੱਲ ਦਾ ਕੀ ਭਰੋਸਾ, ਕੱਲ ਨੂੰ ਅਸੀਂ ਬਚਾਂਗੇ ਕਿ ਨਾ ਬਚਾਂਗੇ, ਅਗਲਾ ਸਾਹ ਆਵੇਗਾ ਕਿ ਨਹੀਂ ਆਵੇਗਾ। ਇਸ ਲਈ ਹੁਣੇ ਮੌਕਾ। ਤੇਰਾ ਇਹ ਆਲਸ ਉਹ ਬਿਨਸ ਗਿਆ। ਹੁਣ ਆਲਸ ਕਹਾਂ ਗਏ ਹੋਰੀ ਰਹਾਓ। ਕਾਮ ਕ੍ਰੋਧ ਅਹੰਕਾਰ ਗਾਖਰੋ, ਸੰਜਮ ਕੌਣ ਛੁੱਟੇ ਹੋਰੀ। ਸਤਿਗੁਰੂ ਕਹਿੰਦੇ ਕਿਹੜਾ ਸੰਜਮ ਤੂੰ ਕੀਤਾ ਕਿ ਤੇਰੇ ਅੰਦਰੋਂ ਕਾਮ ਕ੍ਰੋਧ ਬਿਨਸ ਗਿਆ, ਅਹੰਕਾਰ ਬਿਨਸ ਗਿਆ। ਕਾਮ ਬੜਾ ਹਾਵੀ ਹੁੰਦਾ, ਬੜਾ ਜ਼ੋਰ ਪਾਉਂਦਾ ਬੰਦੇ ਦੇ ਮਨ ਤੇ। ਸਤਿਗੁਰੂ ਕਹਿੰਦੇ ਕਿਹੜੇ ਸੰਜਮ ਨਾਲ ਇਹ ਖਤਮ ਹੋ ਗਿਆ। ਕ੍ਰੋਧ ਉਸ ਤੋਂ ਵੀ ਜ਼ਿਆਦਾ ਪ੍ਰਬਲ ਹੈ। ਕ੍ਰੋਧ, ਕਿਉਂਕਿ ਜਦੋਂ ਕਾਮਨਾ ਪੂਰੀ ਨਾ ਹੋਵੇ ਤਾਂ ਫਿਰ ਕ੍ਰੋਧ ਆਉਂਦਾ, ਗੁੱਸਾ ਆਉਂਦਾ। ਉਹ ਗੁੱਸਾ, ਹੁਣ ਤੇਰਾ ਗੁੱਸਾ ਕਿੱਥੇ ਗਿਆ? ਪਹਿਲਾਂ ਨਿੱਕੀ ਨਿੱਕੀ ਗੱਲ ਤੇ ਕ੍ਰੋਧ ਆ ਜਾਂਦਾ ਸੀ, ਹੁਣ ਨਹੀਂ ਆਉਂਦਾ। ਹੁਣ ਨਹੀਂ ਆਉਂਦਾ। ਹੁਣ ਕੋਈ ਆ ਕੇ ਬੇਇੱਜ਼ਤੀ ਵੀ ਕਰ ਜਾਵੇ, ਹੁਣ ਕੋਈ ਫਰਕ ਨਹੀਂ ਪੈਂਦਾ। ਹੁਣ ਉਹ ਕਿੱਥੇ ਗਿਆ ਤੇਰਾ ਕ੍ਰੋਧ? ਹੁਣ ਉਹ ਕਿੱਥੇ ਗਿਆ ਤੇਰਾ ਅਹੰਕਾਰ? ਸਭ ਛੁੱਟ ਗਿਆ। ਕਾਮ ਕ੍ਰੋਧ ਅਹੰਕਾਰ ਗਾਖਰੋ, ਹਉਮੈ ਅਹੰਕਾਰ ਕਿ ਮੈਂ ਕੁਛ ਹਾਂ, ਇਹ ਮੈਂ ਕੁਛ ਹੋਣ ਦਾ ਅਹੰਕਾਰ ਉਹ ਕਿੱਥੇ ਚਲਾ ਗਿਆ ਹੁਣ? ਕਿਉਂਕਿ ਬੰਦਾ ਤਾਂ ਤੂੰ ਉਹੀ ਹੈ ਜੋ ਪਹਿਲਾਂ ਸੀ। ਕੱਪੜੇ ਵੀ ਉਹੋ ਜਿਹੇ ਪਹਿਨੇ ਨੇ, ਰਹਿਣ ਸਹਿਣ ਵੀ ਉਹੋ ਜਿਹਾ ਹੀ ਹੈ, ਖਾਣ ਪੀਣ ਵੀ ਉਹੋ ਜਿਹਾ ਹੀ ਹੈ, ਪਰ ਹੁਣ ਫਿਰ ਵੀ ਤੂੰ ਬੰਦਾ ਬਦਲਿਆ ਬਦਲਿਆ ਲੱਗਦਾ ਹੈ। ਫਿਰ ਵੀ ਤੇਰੇ ਅੰਦਰ ਕੁਛ ਚੇਂਜ ਨਜ਼ਰ ਆਉਂਦਾ ਹੈ। ਹੁਣ ਤੇਰਾ ਐਟੀਟਿਊਡ ਗ੍ਰੇਟੀਟਿਊਡ ਵਿੱਚ ਬਦਲ ਗਿਆ, ਫਰਕ ਪੈ ਗਿਆ। ਹੁਣ ਪਹਿਲਾਂ ਤੇਰੀ ਚਾਲ ਢਾਲ ਹੰਕਾਰ ਨਾਲ ਭਰੀ ਸੀ, ਪਰ ਹੁਣ ਤੇਰੀ ਚਾਲ ਢਾਲ ਹੰਕਾਰ ਨਾਲ ਨਹੀਂ, ਹੁਣ ਤੇਰੀ ਚਾਲ ਢਾਲ ਮਸਤਾਨੀ ਹੋ ਗਈ ਹੈ। ਪਹਿਲਾਂ ਤੇਰੀ ਦੇਖਣੀ ਵਿੱਚ ਵਾਸਨਾ ਸੀ, ਪਰ ਹੁਣ ਤੇਰੀ ਦੇਖਣੀ ਵਿੱਚ ਵਾਸਨਾ ਨਹੀਂ, ਹੁਣ ਤੇਰੀ ਦੇਖਣੀ ਵਿੱਚ ਪ੍ਰੇਮ ਤੇ ਦਇਆ ਹੈ।
सतगुरु कहते किवें होया ये, केड़ा संयम किया? काम क्रोध अहंकार गाखरो कौन संयम कौन छुटे ओरी, केड़े संयम राही तू काम तो छुट गई, केड़े संयम राही तू क्रोध तो छुट गई, केड़े संयम राही तू हंकार तो छुट गई। सुर नर देव असुर त्रै गुणिया सगलो भवन लुटेओरी। सतगुरु कहते इस माया ने सब नूं लुट लिया, देवते मनुख दैंत सारे, कोई बचया? सतगुरु कहते कोई भी नहीं। सपनी ते ऊपर नहीं बलिया, जिन ब्रह्मा देव ब्रह्मा विष्णु महादेव छलिया। जिन्हें ब्रह्मा नूं भी छल लिया, जिन्हें विष्णु नूं भी छल लिया, जिन्हें महादेव शिव जी नूं भी छल लिया, इस माया तो ऊपर कौन है? इस माया तो ऊपर कौन? कोई भी नहीं। सतगुरु कहते ये तो कोई नहीं बच सकिया। तू किवें बच गई इस माया तो? तू किवें बच गई? तेरे मन ते लोभ क्यों नहीं पैदा हुंदा माया दा? लालच दिते जा रहे ने, डरावे दिते जा रहे ने, उन्हां लालचां दा डरावियां दा कोई मन ते असर ही नहीं हो रहा। दावा अगन बहुत तृण जाले, कोई हरिया बूट रहे ओरी। सतगुरु कहते जिहड़ी ये दावा अगन कहते ने जंगल की अग। जंगल की अग जदों लगती है ना जंगल विच, तां जंगल की अग सब कुछ बर्बाद कर देंदी। तुसीं अक्सर सुनते रहे होगे आस्ट्रेलिया विच बहुत जंगल च अग लगती, ज़्यादातर उत्थों के बहुत सारे जंगल अग नाल बर्बाद हो गए, क्योंकि वो अग छेती बुझदी नहीं, काबू नहीं आती। सतगुरु कहते इस जंगल की अग विच कोई एक आद हरिया बूटा बचदा है, कोई एक, सब बर्बाद हो जाता है, सब सड़ के स्वाह हो जाता है, कोई बचदा है एक। बिल्कुल ऐसा ही माया की अगन तो कोई एक बचदा है, माया के मोह तो कोई विरला बचदा है, बाकी सब सड़ जाते हैं, बाकी सब बर्बाद हो जाते हैं माया दे विच। सतगुरु कहते इस माया तो बचना बड़ा औखा है। इस माया ने सारा जगत निगल लिया। सतगुरु कहते माया होई नागनी जगत रही लपटाए, सारे जगत नूं इसने लपट लिया। जिहड़ा इहदे मगर जांदा है, इहदी सेवा विच लगदा है, सतगुरु कहते उहनूं ही खा लैंदी है। ऐसा ही है ना कि जिहड़ा बंदा सप नूं पालदा है, ਉਹਦੀ सेवा करदा है, एक दिन सप ਉਹਨੂੰ ही डंग लैंदा है। माया ऐसी ही है, माया उसे बंदे नूं डंग लैंदी है ਜਿਹੜਾ इस माया की सेवा विच उतरदा है। इसलिए सब बंदे माया के हथ जकड़े पे ने, माया ने पूरी तरह जकड़ रखे। सतगुरु कहते इस माया तो कोई बच ही नहीं पाता। की देवते ते की मनुख, की साधु ते की असाधु। चोर भी माया विच गलतान है, ते अज दा नकली साधु भी माया विच गलतान है। तुसीं वेख ही रहे हो कि माहौल की बनया होया, सब माया विच गलतान ने, कोई नज़र ही नहीं आता माया तो बिना। रूप रंग विच गलतान, वासना विच गलतान। माया का मतलब सिर्फ ये नहीं है कि कोई बंदा पैसा नहीं वरतदा है साधु कोई तां ही साधु है, नहीं। हाँ, वो पैसे नूं हथ ना लाउंदा होएगा, पर बाकी वासना, काम की वासना, क्रोध की वासना, लोभ की वासना, मोह की वासना, हंकार तो होवेगा ही ना। कुछ कुछ साल पहला एक महासभा हुई, उस महासभा दे विच बहुत सारे साधुआं नूं बुलाया गया, ते जिन्हां ने वो प्रोग्राम ऑर्गेनाइज किया सी, उन्हां दी मनशा सी, उन्होंने बहुत वड्डी स्टेज लाई। उन्हां दी मनशा सी कि सारे साधु जिन्ने साधु बुलाए ने भारत भर दे विचों, पूरे देश विचों सारे साधुआं नूं उन्होंने आमंत्रण पत्र भेजे सन, इनविटेशन। वो चाहुंदे सन कि इक्को स्टेज दे उत्ते सारे साधु बैठण, पर इस गल ते झगड़ा हो गया, क्योंकि कोई कहे जी मैं फलाना साधु हाँ, मैं इन्हां दे नाल नहीं बहना, मेरा आसन उच्चा लाओ।
दूसरा कहता जी ये फलाने ऋषि ने, इन्हां दा आसन वड्डा लाओ। जे एक दा वड्डा लाओगे दूसरा कहेगा मेरा भी वड्डा लाओ, जे ओहदा लाओगे तीसरा कहता जी मेरा आसन वड्डा लाओ। कहते ने वो महासभा हो ना सकी, वो संत सम्मेलन हो ना सकिया। क्यों? क्योंकि उत्थे संत आपस में ही लड़ पे कि साडा आसन छोटा, मैं हेठां क्यों बैठा, मैं इन्हां दे बराबर क्यों बैठा, जे मैं इहदे बराबर बह गया मैं तो इहदे वर्गा हो गया, इसलिए मेरे लिए वक्री गद्दी लाओ। वो सम्मेलन हो ना सकिया। आयोजकां दी जिहड़े ऑर्गेनाइजर सन उन्हां दी सोच चंगी सी कि सारे इक्को थां बैठणगे, पर वो जिहड़े साधु सन वो हंकारी सन, एक दूजे तो वध के हंकारी। कोई कहता जी मैं नांगे साधुआं विचों सब तो उत्तम हाँ, कोई कहता जी मैं अघोरियां विचों सब तो उत्तम हाँ, कोई कहता जी मैं फलाने 108 साधुआं विच सब तो उत्तम हाँ, कोई कहता मैं सन्यासियां विचों सब तो उत्तम है, मैं फलाना महारिषि हाँ, मैं फलाना। वो सभा पूरी ना हो सकी, क्योंकि जिथे हंकार होवेगा उत्थे कोई सभा पूरी हुंदी है, उत्थे कोई सम्मेलन हो सकेगा? कदे भी नहीं। सतगुरु कहते इस माया ने सबनों साड़ दिता है, कोई विरला है जिहड़ा इस हंकार तो बचदा है, कोई विरला है इस माया दे विचों सड़न तो बच जाता है, कोई विरला। इसलिए ये मत समझना कि किसी बंदे ने अपने तन के वस्त्र त्याग दिते, वो नांगा साधु हो गया तो बहुत उत्तम हो गया, उन्होंने इस गल का भी हंकार हो सकता है। कोई बंदा वो वर्त रखता होवे, बहुत घट खांदा होवे, उन्होंने इस गल का भी हंकार हो सकता है कि जी मैं तो बहुत घट खाना है। कोई नंगे पैरी रहिंदा होवे कि जी मैं कदे जुत्ती नहीं पाउंदा, उन्होंने इस गल का भी हंकार हो सकता है। तो हुंदा है बहुत लोगों नूं हंकार हुंदा है कि मैं रोज़ गुरुद्वारे नंगे पैरी जाना है, इस गल की भी हौमे हुंदी। सतगुरु समझाउंदे इस माया तो कोई विरला बचदा है। माया बहुत रूपां विच बंदे नूं ग्रस लैंदी, बंदे नूं पता नहीं चलदा कि मैं माया दे विच गलतान हाँ, वो कुछ होर सोची बैठा है, माया उसे चीज़ विच उहनूं उलझा दिंदी है। वो यही समझी जाता है कि मैं तो सारियां तो नीवां समझण विच भी हौमे है, इहदे विच भी हंकार है, पर उस बंदे नूं दिसदा नहीं। इस करके सतगुरु कहते कोई हरिया बूट बचदा है, कोई विरला बचदा है इस माया की अगन तो। ऐसो समर्थ वरण ना साको, सतगुरु कहते ऐसा समर्थ जिहड़ा माया की अगन दे विच रह के भी बच जावे, जंगल की एडी भयानक अग कि उस भयानक अग दे विच सड़न तो बच जावे, ऐसा कोई समर्थ, ऐसा कोई बिरला। सतगुरु कहते उहदी समर्था बयान नहीं की जा सकती, उहदी महिमा दसी नहीं जा सकती, जिहड़ा माया विच सड़न तो बच गया। ऐसो समर्थ वरण ना साको ताकि उपमा जात ना कहिओरी। सतगुरु कहते उहदी उपमा नहीं कही जा सकती, उहदा जस नहीं कहा जा सकता, जिहड़ा माया तो बच गया। माया तो दूर रह के माया तो बचे रहना, ये कोई बचना नहीं है। कि कोई बंदा जंगल विच बैठा है तो जंगल विच बैठा ये कही जावे कि जी मैं परिवार के मोह तो बच गया, मैं स्त्री के मोह तो बच गया, मैं पैसे दे रुतबे दे अहुदे दे इन्हां चीज़ों के लोभ तो बच गया, ये काहदा बचना होया? ये बचना नहीं है, क्योंकि उन्हां चीज़ों के नाल संबंध ही नहीं जुड़िया, तो बचन की सो गल ही नहीं है। गल तो ना है कि परिवार दे विच रह के परिवार दे मोह तो बचिया जावे। गल तो यह है कि अहुदे दे उत्ते बह के उहदे हंकार तो बचिया जावे, चीज़ों नूं वरतदियां होइयां चीज़ों के मोह तो बचिया जावे। गल तो आ है। इस करके सतगुरु कहंदे जिहड़ा माया दे विच रह के माया तो बच गया, मैं उहदी उपमा नहीं कह सकता, उहदी उपमा बयान तो परे है। काजर कोठ में भई ना कारी, माया दी काली कोठड़ी, कालख दी कोठड़ी,
ਇਹਦੇ ਵਿੱਚ ਰਹਿ ਕੇ ਬੰਦਾ ਕਾਲਖ ਤੋਂ ਬਚ ਗਿਆ। ਕਾਜਰ ਕੋਠ ਮੈਂ ਭਈ ਨਾ ਕਾਰੀ ਨਿਰਮਲ ਵਰਨ ਬਨਿਓਰੀ, ਕਿ ਜਿਵੇਂ ਕੋਈ ਕੋਠੜੀ ਹੋਵੇ ਬੜੀ ਸੰਕੀਰਣ ਮਤਲਬ ਬਹੁਤ ਛੋਟੀ, ਕਿ ਉਹਦੇ ਵਿੱਚੋਂ ਬਚ ਕੇ ਨਿਕਲਣਾ, ਕਾਲਖ ਤੋਂ ਬਚ ਕੇ ਨਿਕਲਣਾ ਬਹੁਤ ਔਖਾ ਹੈ। ਪਰ ਕੋਈ ਬੰਦਾ ਉਹਦੇ ਵਿੱਚ ਵੜੇ ਅਤੇ ਵੜ ਕੇ ਬਿਨਾਂ ਕਾਲਖ ਲਵਾਏ, ਕਾਲਖ ਦਾ ਇੱਕ ਕਣ ਵੀ ਉਹਨੂੰ ਛੂਹ ਨਾ ਸਕੇ, ਸਤਿਗੁਰੂ ਕਹਿੰਦੇ ਨਿਰਮਲ ਵਰਨ ਬਣਿਓ, ਉਹਦਾ ਰੂਪ ਨਿਰਮਲ ਬਣਿਆ ਰਵੇ। ਉਹ ਮਾੜੇ ਬੰਦਿਆਂ ਦੇ ਵਿੱਚ ਬਹਿ ਕੇ ਵੀ ਉਹਦੇ ਮਨ ਉੱਤੇ ਕੋਈ ਵੀ ਮਾੜਾ ਅਸਰ ਨਾ ਹੋਵੇ ਵਾਸਨਾ ਦਾ, ਗਲਤ ਬੰਦਿਆਂ ਦੀ ਸੰਗਤ ਕਰਕੇ ਵੀ ਉਹਦੇ ਉੱਤੇ ਕੋਈ ਗਲਤ ਅਸਰ ਨਾ ਹੋਵੇ ਉਹਨਾਂ ਦੀ ਸੰਗਤ ਦਾ। ਸਤਿਗੁਰੂ ਕਹਿੰਦੇ ਆਹ ਰੂਪ। ਕਾਜਰ ਕੋਠ ਮੈਂ ਭਈ ਨਾ ਕਾਰੀ ਨਿਰਮਲ ਵਰਨ ਬਨਿਓਰੀ, ਮਹਾਮੰਤਰ ਗੁਰ ਹਿਰਦੈ ਵਸਿਓ। ਗੁਰੂ ਦਾ ਮਹਾਮੰਤਰ ਹਿਰਦੇ ਦੇ ਵਿੱਚ ਵਸ ਗਿਆ, ਹਿਰਦੇ ਅੰਦਰ ਆ ਵਸਿਆ। ਮਹਾਮੰਤਰ ਗੁਰ ਹਿਰਦੈ ਵਸਿਓ, ਅਚਰਜ ਨਾਮ ਸੁਨਿਓਰੀ। ਸਤਿਗੁਰੂ ਕਹਿੰਦੇ ਉਹਦਾ ਅਚਰਜ ਨਾਮ ਸੁਣਿਆ। ਜਿਨ੍ਹਾਂ ਨੇ ਉਹਦਾ ਅਚਰਜ ਨਾਮ ਆਪਣੇ ਹਿਰਦੇ ਵਿੱਚ ਵਸਾ ਲਿਆ, ਸਤਿਗੁਰੂ ਕਹਿੰਦੇ ਉਹ ਬੰਦੇ ਕਦੇ ਮਾਇਆ ਦੀ ਮੈਲ ਵਿੱਚ ਮੈਲੇ ਨਹੀਂ ਹੁੰਦੇ। ਕਰ ਕਿਰਪਾ ਪ੍ਰਭ ਨਦਰ ਅਵਲੋਕਨ। ਵਾਹਿਗੁਰੂ ਨੇ ਜਦੋਂ ਮੇਰ ਦੀ ਨਿਗਾਹ ਕੀਤੀ, ਅਵਲੋਕਨ ਮਤਲਬ ਉਹਨੇ ਮੇਰੇ ਵੱਲ ਅਵਲੋਕਿਆ, ਉਹਨੇ ਮੇਰੇ ਵੱਲ ਕਿਰਪਾ ਵੱਲ ਨਾਲ ਦੇਖਿਆ। ਮੇਰ ਦੀ ਨਿਗਾਹ ਨਾਲ ਉਹਨੇ ਜਦ ਮੇਰੇ ਵੱਲ ਤੱਕਿਆ, ਆਪਣੇ ਚਰਨ ਲਗਾਈ, ਉਹਨੇ ਕਿਰਪਾ ਕਰਕੇ ਮੇਰੇ ਤੇ ਮਿਹਰ ਦੀ ਨਿਗਾਹ ਕਰਕੇ ਮੈਨੂੰ ਆਪਣੇ ਚਰਨਾਂ ਨਾਲ ਲਾ ਲਿਆ, ਮੈਨੂੰ ਆਪਣੇ ਚਰਨਾਂ ਨਾਲ ਜੋੜ ਲਿਆ। ਪ੍ਰੇਮ ਭਗਤ ਨਾਨਕ ਸੁਖ ਪਾਇਆ। ਜਦੋਂ ਉਸ ਨੇ ਮੈਨੂੰ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜਿਆ ਤਾਂ ਪ੍ਰੇਮਾ ਭਗਤੀ ਦੀ ਦਾਤ ਮੈਨੂੰ ਬਖਸ਼ੀ, ਤੇ ਜਦੋਂ ਇਹ ਦਾਤ ਮਿਲੀ ਤਾਂ ਮੈਂ ਸੁੱਖ ਪ੍ਰਾਪਤ ਕੀਤਾ, ਨਾਨਕ ਸੁਖ ਪਾਇਆ, ਤਾਂ ਮੈਨੂੰ ਸੁੱਖ ਮਿਲਿਆ। ਸਾਧੂ ਸੰਗ ਸਮਾਈ, ਮੈਂ ਜਦੋਂ ਸਾਧੂ ਦੇ ਸੰਗ ਸਮਾ ਗਈ ਤਾਂ ਮੈਨੂੰ ਸੁੱਖ ਤੇ ਆਨੰਦ ਮਿਲਿਆ, ਮੈਨੂੰ ਸੁੱਖ ਮਿਲਿਆ ਜਦੋਂ ਉਹਦੇ ਸੰਗ ਸਮਾ ਗਈ। ਮੈਂ ਉਹਦੇ ਸੰਗ ਸਮਾ ਕੇ ਹੀ ਸੁੱਖ ਹੈ, ਉਹਦੇ ਚਰਨਾਂ ਨਾਲ ਜੁੜ ਕੇ ਹੀ ਸੁੱਖ ਹੈ। ਮਾਇਆ ਨਾਲ ਜੁੜ ਕੇ ਵੇਖ ਚੁੱਕੇ ਹਾਂ ਬਹੁਤ ਦਫਾ, ਪਰ ਕੁਛ ਮਿਲਿਆ ਸਿਵਾਏ ਖੁਆਰੀ ਤੋਂ, ਸਿਵਾਏ ਖੱਜਲ ਹੋਣ ਤੋਂ, ਸਿਵਾਏ ਸੜ ਜਾਣ ਤੋਂ ਕੁਛ ਮਿਲਿਆ? ਜਿਹੜੇ ਵਾਹਿਗੁਰੂ ਦੇ ਚਰਨਾਂ ਨਾਲ ਜੁੜੇ ਉਹਨਾਂ ਨੂੰ ਸੁੱਖ ਮਿਲਿਆ, ਉਹਨਾਂ ਨੂੰ ਆਨੰਦ ਮਿਲਿਆ। ਸਤਿਗੁਰੂ ਰਹਿਮਤ ਕਰੇ ਇਹ ਰੱਬੀ ਆਨੰਦ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜ ਕੇ ਮਿਲਦਾ ਹੈ, ਇਹ ਸਭ ਨੂੰ ਗੁਰੂ ਕਿਰਪਾ ਕਰਕੇ ਬਖਸ਼ੇ। ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ, ਭੁੱਲਾਂ ਨਾ ਚਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।